मारे जिन कर धन हर नामा परवान गणे से आए सफल तिना के कामा धन 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 जन आया जिस प्रसाद सब जगत तराया जन आवन का यह सुआओ जन कै संग चित आवै नाओ आप मुक्त मुक्त कर संसार नानक तिस जन को सदा नमस्कार आप मुक्त मुक्त कर संसार नानक तिस जन को सदा नमस्कार। परम पूज्यपाद वलिए कुल आलम हजूरे अनबर सांझे रहबर दीना बंधु गुरु गरीब निवाज सच्चे पातशाह जी की कृपा का सदका सब माई भाई सारियां संगतां ब्रह्मनिष्ठी ब्रह्म स्रोत्री ब्रह्मलीन ब्रह्म ज्ञानी श्रीमान संत महाराज संत बाबा अजीत सिंह जी साहब वालियां दी आगमन की खुशी दे अंदर बड़े जोड़ मेल दे रूप दे विच अज एकत्र होए हो। बाणी दा पावन फरमान है आया सफल ताहू का गिनिया जास रसन हर हर जप भणिया आए बसे साधु के संगे अंदिन नाम ध्यावह रंगे। उन्हां दा आउणा इस दुनिया दे विच सफल है। आपां ये गल कह सकते हैं सफल 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 भई यात्रा, क्योंकि दुनिया अपने कर्म भोगण वास्ते आउंदी है। प्रभु दे प्यारे इस दुनिया दे विच कर्म भोगण वास्ते नहीं आउंदे, परमेश्वर दी ड्यूटी बजाउण वास्ते आउंदे। पार ब्रह्म परमात्मा वल्लों सेवा लगदी है ते उन्हां बाबत आपां ये कह सकते हैं जन्म मरण दोहू मैं नाही जन पर उपकारी आए जी दान दे भगति लाएन हर्षों लैन मिलाए। ऐसे तीव्रतम बराग महात्मा संत महाराज संत बाबा अजीत सिंह जी की आमद इस दुनिया दे विच सत्कारयोग पिता मनसा उन्हां दे घर
ਮਾਤਾ ਸ਼ਾਂਤੀ ਦੇਵੀ ਜੀ ਦੀ ਕੁੱਖ ਤੋਂ ਆਪ ਜੀ ਦਾ ਬੇਸ਼ੱਕ ਜੱਦੀ ਪਿੰਡ ਨਗਰ ਭਰਤਗੜ੍ਹ ਹੈ। ਇਸ ਸਥਾਨ ਦੇ ਮੁਖੀ ਮਹਾਂਪੁਰਖ ਸ਼੍ਰੀਮਾਨ ਅਤਿ ਸਤਿਕਾਰਯੋਗ ਸੰਤ ਬਾਬਾ ਪਰਮਜੀਤ ਸਿੰਘ ਜੀ ਭਰਤਗੜ੍ਹ ਨਗਰ ਦੇ ਵਿੱਚ ਕਈ ਵਾਰ ਦਾਸ ਕੋਲੋਂ ਕਥਾ ਦੀ ਸੇਵਾ ਮਹਾਂਪੁਰਖਾਂ ਨੇ ਲਈ ਆ। ਇਹ ਜੱਦੀ ਨਗਰ ਮਹਾਂਪੁਰਖਾਂ ਦਾ ਭਰਤਗੜ੍ਹ ਨਗਰ ਹੈ ਜੋ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ। ਪਰ ਮਹਾਂਪੁਰਖਾਂ ਦੀ ਜਿਹੜੀ ਆਮਦ ਹੋਈ ਆ ਉਹ ਜਿਹੜਾ ਸਰਸਾ ਨਦੀ ਪਰਿਵਾਰ ਵਿਛੋੜਾ, ਇਹ ਮਹਾਂਪੁਰਖਾਂ ਦਾ ਆਪਣਾ ਨਾਨਕਾ ਨਗਰ ਹੈ। ਇਸ ਮਹਾਂਪੁਰਖ ਦੀ ਆਮਦ ਆਪਣੇ ਨਾਨਕੇ ਪਿੰਡ ਦੇ ਵਿੱਚ ਹੋਈ ਸੀਗੀ। ਬਚਪਨ ਤੋਂ ਤੀਬਰਤਮ ਬਰਾਗ ਮਹਾਤਮਾ ਸਨ। ਰੱਬੀ ਪਿਆਰ ਦੇ ਵਿੱਚ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਰੰਗ ਰਤੜੀ ਰੂਹ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ, ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਪੰਥ ਦੀ ਸੇਵਾ ਦੇ ਵਿੱਚ ਲਾ ਦਿੱਤੀ ਆ। ਪਹਿਲਾਂ ਭਰਤਗੜ੍ਹ ਨਗਰ ਦੇ ਵਿੱਚ ਜਿਹੜਾ ਕਿਲ੍ਹਾ ਸੀਗਾ, ਉਹ ਸਿੰਘਾਸਣ ਦੇ ਉੱਤੇ ਜਾ ਕਰਕੇ 2.5 ਸਾਲ ਦੀ ਹਲੇ ਉਮਰ ਸੀ ਮਹਾਂਪੁਰਖਾਂ ਦੀ, ਉਹ ਸਿੰਘਾਸਣ ਤੇ ਜਾ ਕਰਕੇ ਬੈਠ ਗਏ ਰਾਜੇ ਦੇ। ਰਾਜੇ ਦਾ ਪਰਿਵਾਰ ਨੇ ਸੋਚਿਆ ਜਿਹੜਾ ਇਹ ਰਾਜੇ ਸਣ ਤੇ ਬਾਲਕ ਆ ਕੇ ਬਹਿ ਗਿਆ, ਇਹ ਕੋਈ ਆਮ ਸਧਾਰਨ ਬਾਲਕ ਨਹੀਂ ਆ, ਕਿਉਂਕਿ ਆਂਦਿਆਂ ਹੀ ਸਿੰਘਾਸਣ ਦੇ ਉੱਪਰ ਬੈਠ ਗਏ ਨੇ। ਸਿਮਰਨ ਭਗਤੀ ਵਿੱਚ ਮਹਾਂਪੁਰਖ ਲੀਨ ਰਹੇ ਨੇ। ਤੇ ਸੰਤ ਮਹਿੰਦਰ ਸਿੰਘ ਜੀ ਧਿਆਨੂ ਮਾਜਰੇ ਵਾਲੇ ਮਹਾਂਪੁਰਖ, ਇਹ ਜਿਸ ਵੇਲੇ ਭਰਤਗੜ੍ਹ ਦੇ ਵਿੱਚ ਪਾਠ ਕਰਨ ਵਾਸਤੇ ਗਏ ਸਨਗੇ, ਮਾਨਪੁਰ ਵਿਦਿਆਲੇ ਦਾ ਜਿਹੜਾ ਜਥਾ ਸੀ ਇਹ ਉੱਥੇ ਪਹੁੰਚਿਆ ਸੀ। ਤੇ ਜਦੋਂ ਪਾਠ ਕਰਨ ਵਾਸਤੇ ਉੱਥੇ ਗਏ ਸਨ, ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਦਰਸ਼ਨ ਕਰਕੇ ਬਾਬਾ ਮਹਿੰਦਰ ਸਿੰਘ ਜੀ ਅਤੀ ਪ੍ਰਭੁ ਹੋਏ ਨੇ। ਤੇ ਧਿਆਨੂ ਮਾਜਰੇ ਵਾਲਿਆਂ ਨੇ ਬਾਬਾ ਅਜੀਤ ਸਿੰਘ ਜੀ ਦੇ ਚਰਨਾਂ 'ਚ ਨਮਸਕਾਰ ਕਰਦਿਆਂ ਹੋਇਆਂ ਕਿਹਾ, ਤੁਹਾਡੀ ਬਹੁਤ ਵੱਡੀ ਡਿਊਟੀ ਲੱਗੀ ਹੋਈ ਹੈ ਦੁਨੀਆ ਦੇ ਵਿੱਚ। ਆਹ ਬਚਨ ਧਿਆਨੂ ਮਾਜਰੇ ਵਾਲਿਆਂ ਨੇ ਕਿਹਾ। ਤੇ ਇੱਕ ਬਚਨ ਹੋਰ ਮੈਂ, ਕਿਉਂਕਿ ਸਮਾਂ ਥੋੜਾ ਹੈ, ਜਥੇ ਬਹੁਤ ਸਾਰੇ ਨੇ, ਕੇਵਲ ਮੈਂ ਟੂਕ ਮਾਤਰ ਪੰਛੀ ਝਾਤ ਦੇ ਵਿੱਚ ਥੋੜੀਆਂ ਜੀਆਂ ਵਿਚਾਰਾ ਮਹਾਂਪੁਰਖਾਂ ਦੇ ਕਮਾਏ ਹੋਏ ਬਚਨ ਜਿਹੜੇ ਨੇ ਉਹ ਆਪ ਜੀ ਨੇ ਨਾਲ ਸਾਂਝ ਪਾ ਕੇ ਸਮਾਪਤੀ ਕਰ ਦੇਣੀ ਹੈ। ਸੰਤ ਜਵਾਲਾ ਜੀ ਜਿਹੜੇ ਸਨਗੇ ਕਲਕੱਤੇ ਵਾਲੇ, ਜਿਸ ਵੇਲੇ ਕਲਕੱਤੇ ਤੋਂ ਹਜੂਰ ਸਾਹਿਬ ਨੂੰ ਜਾ ਰਹੇ ਸਨਗੇ, ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਖਾਂ ਨੇ ਗੱਡੀ ਦੇ ਅੱਗੇ ਖੜੇ ਹੋ ਗਏ ਨੇ। ਤੇ ਗੱਡੇ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਕੇ ਬਾਬਾ ਜਵਾਲਾ ਜੀ ਦੀ ਗੱਡੀ ਨੂੰ ਰੋਕ ਲਿਆ। ਤੇ ਉਹ ਬੜੇ ਕਮਾਈ ਵਾਲੇ ਤੀਬਰਤਮ ਬਰਾਗ ਸਨ ਬਾਬਾ ਜਵਾਲਾ ਜੀ ਕਲਕੱਤੇ ਵਾਲੇ। ਪਿਆਰਿਓ, ਉਹਨਾਂ ਨੇ ਜਿਸ ਵੇਲੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੂੰ ਉਸ ਸਮੇਂ ਵੇਖਿਆ ਵੇ ਇੱਕ ਤੀਬਰਤਮ ਬਰਾਗ ਮਹਾਂਪੁਰਖ ਗੱਡੀ ਦੇ ਅੱਗੇ ਖੜਾ, ਚਿਹਰੇ ਤੇ ਇੰਨਾ ਕੁ ਜਲਾਲ ਸੀ ਵੀ ਤੱਕਿਆ ਨਹੀਂ ਜੇ ਜਾ ਰਿਹਾ ਸੀ। ਗੱਡੀ ਦੇ ਅੱਗੇ ਖੜ ਕੇ ਸੇਵਾਦਾਰ ਕਹਿਣ ਲੱਗੇ, ਜੀ ਇਹ ਕੌਣ ਅੱਗੇ ਖੜਾ ਹੋ ਗਿਆ? ਕਹਿੰਦੇ ਤੁਹਾਨੂੰ ਨਹੀਂ ਪਤਾ, ਇਹ ਸਾਨੂੰ ਪਤਾ ਕੌਣ ਖੜਾ ਹੈ। ਉਸ ਸਮੇਂ ਸੰਤ ਜਵਾਲਾ ਜੀ ਗੱਡੀ ਤੋਂ ਥੱਲੇ ਉਤਰ ਕੇ ਆਏ, ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਕਲਾਵੇਂ ਵਿੱਚ ਲੈ ਲਿਆ, ਗਲ ਬੱਕੜੀ ਵਿੱਚ ਲੈ ਕਰਕੇ 5 ਬਚਨ ਸੱਚੋਂ ਪਹਿਲਾ ਬਚਨ ਸੀ, ਅਜੀਤ ਸਿੰਘ ਜੀ ਤੁਹਾਡੀ ਡਿਊਟੀ ਪਰਮੇਸ਼ਰ ਵੱਲੋਂ ਸੰਸਾਰ ਨੂੰ ਤਾਰਨ ਵਾਸਤੇ ਲਈ ਆ, ਇਹ ਲੱਗੀ ਹੋਈ ਹੈ ਡਿਊਟੀ ਤੁਹਾਡੀ। ਪਹਿਲਾ ਬਚਨ ਤੁਹਾਡਾ, ਇਹ ਮੇਰੇ 5 ਬਚਨ ਤੁਸੀਂ ਕਮਾਉਣੇ, ਜਿਨ੍ਹਾਂ ਨੂੰ ਤਵੱਜੋ ਦੇ ਕੇ ਸੰਤ ਮਹਾਰਾਜ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਵਿਸ਼ੇਸ਼ ਤੌਰ ਤੇ ਕਮਾਉਂਦੇ ਸੀਗੇ। ਪਹਿਲਾ ਬਚਨ ਇਹ ਸੀਗਾ ਵੀ ਬਗੈਰ ਬੁਲਾਏ ਕਿਸੇ ਦੇ ਘਰ ਨਹੀਂ ਤੁਸੀਂ ਜਾਣਾ। ਸਾਰੀ ਜ਼ਿੰਦਗੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਇਹਨਾਂ ਬਚਨਾਂ ਦੇ ਉੱਤੇ ਪਹਿਰਾ ਦਿੱਤਾ। ਤੇ ਪਹਿਲਾ ਬਚਨ ਇਹ ਸੀ,
ਬਗੈਰ ਬੁਲਾਏ ਤੁਸੀਂ ਕਿਸੇ ਦੇ ਘਰ ਨਹੀਂ ਜੇ ਜਾਣਾ। ਤੇ ਇੱਥੇ ਮੈਂ ਵੇਖਦਾ ਰਿਹਾ ਮਹਾਂਪੁਰਖਾਂ ਦੇ ਕੋਲ 100 ਵਾਰ ਕੋਈ ਅਰਜ਼ੋਈ ਅਰਦਾਸ ਬੇਨਤੀ ਕਰਦਾ, ਮਹਾਂਪੁਰਖੋ ਕਿਰਪਾ ਕਰੋ ਸਾਡੇ ਪਿੰਡ ਚਰਨ ਪਾ ਦਿਓ, ਸਾਡੇ ਘਰ ਚਰਨ ਪਾ ਦਿਓ। ਸੈਂਕੜਿਆਂ ਵਾਰ ਬੇਨਤੀ ਕਰਨ ਤੇ ਕਿਤੇ ਇੱਕ ਵਾਰ ਪ੍ਰਵਾਨ ਹੁੰਦੀ ਸੀ ਤਾਂ ਉਹਦੇ ਘਰ ਜਾਂਦੇ ਸੀ ਚਰਨ ਪਾਉਣ ਵਾਸਤੇ। ਬਗੈਰ ਬੁਲਾਏ ਕਿਸੇ ਦੇ ਘਰ ਨਹੀਂ ਜਾਣਾ। ਪਹਿਲਾ ਬਚਨ ਏਕ ਮਾਇਆ। ਦੂਸਰਾ ਬਚਨ ਉਹਨਾਂ ਮਹਾਂਪੁਰਖ ਸੰਤ ਜਵਾਲਾ ਜੀ ਨੇ ਇਹ ਦਿੱਤਾ, ਕਹਿਣ ਲੱਗੇ ਅਜੀਤ ਸਿੰਘ ਜੀ ਉਦੋਂ ਛੋਟੀ ਉਮਰ ਸੀਗੀ, ਆਖਿਆ ਕਹਿਣ ਲੱਗੇ ਕਿਸੇ ਕੋਲੋਂ ਮੰਗ ਕੇ ਕੋਈ ਵਸਤੂ ਨਹੀਂ ਲੈਣੀ। ਆ ਬਚਨ ਵੀ ਉਹਨਾਂ ਨੇ ਕਿਹਾ ਸੀਗਾ। ਸਾਰੀ ਜ਼ਿੰਦਗੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਇਸ ਬਚਨ ਦੇ ਉੱਤੇ ਪਹਿਰਾ ਦਿੱਤਾ, ਕਦੇ ਵੀ ਕਿਸੇ ਕੋਲੋਂ ਮੰਗ ਕੇ ਕੋਈ ਚੀਜ਼ ਨਹੀਂ ਲਈ। ਤੀਸਰਾ ਇੱਕ ਹੋਰ ਬੜਾ ਪਿਆਰਾ ਬਚਨ ਸੀਗਾ, ਤੋ ਬਚਨ ਸੰਤ ਜਵਾਲਾ ਜੀ ਨੇ ਇਹ ਕਿਹਾ ਸੀ, ਉਹ ਕਹਿਣ ਲੱਗੇ ਬਾਜ਼ਾਰ ਵਿੱਚੋਂ ਕੋਈ ਚੀਜ਼ ਖਰੀਦਣ ਵਾਸਤੇ ਨਹੀਂ ਜੇ ਜਾਣੀ। ਇਹ ਬੜਾ ਕੰਮ ਔਖਾ ਹੈ, ਇਹ ਬਚਨ ਮੰਨਣੇ ਬਹੁਤ ਔਖੇ ਆ। ਕਿਸੇ ਸਾਧੂ ਦਾ ਬਚਨ ਕਮਾ ਲੈਣਾ, ਕਿਸੇ ਸਾਧੂ ਦਾ ਬਚਨ ਮੰਨ ਲੈਣਾ, ਇਹ ਬਹੁਤ ਵੱਡੀ ਘਾਲਣੀ ਪੈਂਦੀ ਆ। ਅਸੀਂ ਦੁਨੀਆਵੀ ਤਲ ਤੇ ਜਿਉਣ ਵਾਲੇ ਜੀ ਆ ਤੇ ਪਿਆਰਿਓ ਲੰਘਦੇ ਵੜਦਿਆਂ ਚਿੱਤ 'ਚ ਚੇਤਾ ਆ ਜਾਂਦਾ, ਧਿਆਨ ਆ ਜਾਂਦਾ ਵੀ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈ ਲਈਏ। ਕਿੱਡਾ ਵੱਡਾ ਪਰਚਾ ਸੀ। ਸੰਤ ਅਜੀਤ ਸਿੰਘ ਜੀ ਮਹਾਂਪੁਰਖੋ ਕਦੇ ਵੀ ਤੁਸੀਂ ਬਾਜ਼ਾਰ ਵਿੱਚੋਂ ਕੋਈ ਚੀਜ਼ ਖਰੀਦਣ ਵਾਸਤੇ ਨਹੀਂ ਜੇ ਜਾਣੀ। ਤੇ ਸੰਤ ਅਜੀਤ ਸਿੰਘ ਜੀ ਮਹਾਂਪੁਰਖਾਂ ਨੇ ਸਾਰੀ ਉਮਰ ਸੇਵਾਦਾਰ ਬੇਸ਼ੱਕ ਭਾਵੇਂ ਲੈਣ ਵਾਸਤੇ ਗਏ, ਸੰਤ ਅਜੀਤ ਸਿੰਘ ਜੀ ਮਹਾਂਪੁਰਖ ਕਦੇ ਵੀ ਬਾਜ਼ਾਰ ਵਿੱਚੋਂ ਕੋਈ ਚੀਜ਼ ਆਪ ਖਰੀਦਣ ਵਾਸਤੇ ਨਹੀਂ ਗਏ। ਤੁਸੀਂ ਪੁਰਾਣੇ ਤੋਂ ਪੁਰਾਣੇ ਸੇਵਾਦਾਰ ਬੈਠੇ ਹੋ। ਸਾਰੀ ਉਮਰ ਇਹਨਾਂ ਬਚਨਾਂ ਤੇ ਸੰਤ ਮਹਾਰਾਜ ਜੀ ਨੇ, ਸੰਤ ਬਾਬਾ ਅਜੀਤ ਸਿੰਘ ਜੀ ਨੇ ਪਹਿਰਾ ਦਿੱਤਾ। ਉਸ ਤੋਂ ਬਾਅਦ ਅਗਲਾ ਬਚਨ ਕਿਹਾ ਸੀਗਾ, ਕਹਿਣ ਲੱਗੇ ਸੰਤ ਜੀ ਜਦੋਂ ਆਰਾਮ ਕਰਨਾ ਕੁੰਡਾ ਲਾ ਕਰਕੇ ਪੈਣਾ, ਕੁੰਡਾ ਲਾ ਕਰਕੇ ਆਪਣੇ ਅੰਦਰ ਆਰਾਮ ਵਿੱਚ ਰਹਿਣਾ। ਤੇ ਤੁਹਾਨੂੰ ਪਤਾ ਹੈ ਇਸ ਸਥਾਨ ਦੇ ਉੱਤੇ ਕਿੰਨੀ ਵਾਰ ਕੁੰਡੀ ਲੱਗੀ ਹੁੰਦੀ ਸੀਗੀ। ਇੱਕ ਵਾਰ ਮੈਂ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਖਾਂ ਦੇ ਨਾਲ 14 ਸਾਲ ਦਾਸ ਨੇ ਵੀ ਗੜਵਈ ਦੀ ਸੇਵਾ ਨਿਭਾਈ। ਤੇ ਉਹ ਇੱਕ ਵਾਰੀ ਆ ਗਏ, ਸੰਤ ਬਾਬਾ ਸੰਤੋਖ ਸਿੰਘ ਜੀ ਕਹਿਣ ਲੱਗੇ ਚੱਲ ਅਤਰ ਸਿਆ ਆਪਾਂ ਹੰਸਾਲੀ ਵਾਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ। ਮੈਂ ਅੱਖੀਂ ਡਿੱਠਾ ਹਾਲ ਤੁਹਾਨੂੰ ਦੱਸਾਂ। ਤੇ ਜਦੋਂ ਬਾਬਾ ਜੀ ਦੇ ਨਾਲ ਅਸੀਂ ਇੱਥੇ ਆਏ, ਕਹਿੰਦੇ ਜੀ ਅੱਜ ਤਾਂ ਸਵੇਰ ਦੀ ਕੁੰਡੀ ਖੁੱਲੀ ਨਹੀਂ ਆ। ਬਾਬਾ ਜੀ ਕਹਿੰਦੇ ਚਲੋ ਜੇ ਮਹਾਂਪੁਰਖਾਂ ਨੇ ਦਇਆ ਕਰਨੀ ਹੋਵੇ ਸਾਨੂੰ ਦਰਸ਼ਨ ਦੇ ਦੇਣਗੇ। ਸਾਹਮਣੇ ਵਾਲੇ ਗੇਟ ਤੋਂ ਇੱਥੇ ਆਏ ਤੇ ਜਦੋਂ ਇੱਥੇ ਆਏ ਗੇਟ ਤੋਂ ਤੇ ਬਹੁਤ ਸਾਰੀ ਸੰਗਤ ਉਡੀਕ ਦੇ ਵਿੱਚ ਬੈਠੀ ਸੀਗੀ। ਦਿਨ ਦਾ ਕੋਈ ਮੇਰੇ ਖਿਆਲ ਨਾਲ 3 ਵਜੇ ਦਾ ਟਾਈਮ ਸੀ, 3 ਵਜੇ ਦਾ। ਤੇ ਬਾਬਾ ਸੰਤੋਖ ਸਿੰਘ ਜੀ, ਮੈਂ ਮੇਰੇ ਨਾਲ ਹੋਰ ਬਾਬਾ ਦੇ ਨਾਲ ਕਿੰਨੇ ਸੇਵਕ, ਮੈਂ ਗੜਵਈ ਦੇ ਤੌਰ ਤੇ ਨਾਲ ਸੀਗਾ ਉਦੋਂ। ਐ ਮੇਰੇ ਮਨ ਵਿੱਚ ਬੜਾ ਚਾਅ ਸੀ ਵੀ ਅੱਜ 2 ਬ੍ਰਹਮ ਗਿਆਨੀਆਂ ਨੇ ਇਕੱਠੇ ਹੋਣਾ, ਅੱਜ ਕੋਈ ਰੱਬੀ ਬਚਨ ਜਿਹੜਾ ਹੈ ਉਹ ਸੁਣਾਉਣਗੇ। ਉਧਰੋਂ ਬਾਬਾ ਜੀ ਕਹਿ ਕੇ ਆਏ ਵੀ ਦਰਸ਼ਨ ਕਰਾਂਗੇ, ਕੋਈ ਬਚਨ ਸੁਣਾਂਗੇ। ਇੱਥੇ ਆਏ, ਜਿਸ ਵੇਲੇ ਸਾਹਮਣੇ ਕੁੰਡੇ ਦੇ ਆਏ ਤੇ ਇੱਕਦਮ ਕੁੰਡਾ ਖੁੱਲ ਗਿਆ। ਤੇ ਕੁੰਡਾ ਖੁੱਲ ਗਿਆ, ਸੇਵਾਦਾਰਾਂ ਨੂੰ ਇੰਨਾ ਕਿਹਾ, ਬ੍ਰਹਮ ਗਿਆਨੀ ਕਿੱਡੇ ਵੱਡੇ, ਕਹਿੰਦੇ ਜੋਤੀ ਸਰੂਪ ਵਾਲੇ ਮਹਾਂਪੁਰਖ ਆਏ ਨੇ, ਉਹਨਾਂ ਨੂੰ ਤੇ ਉਹਨਾਂ ਦੇ ਸੇਵਾਦਾਰਾਂ ਨੂੰ ਅੰਦਰ ਆਉਣ ਦਿਓ। ਸੇਵਾਦਾਰ ਉਸੇ ਵੇਲੇ ਬਾਬਾ ਸੰਤੋਖ ਸਿੰਘ ਜੀ ਨੂੰ ਅੰਦਰ ਲੈ ਗਏ। ਅਸੀਂ ਨਾਲ ਸੀਗੇ, ਬਾਬਾ ਜੀ ਵਾਸਤੇ ਇੱਕ ਕੁਰਸੀ ਡਾਤੀ, ਉਹ ਬਹਿ ਗਏ ਕੁਰਸੀ ਤੇ ਮਹਾਂਪੁਰਖ ਸਾਹਮਣੇ ਬੈਠੇ। ਅਸੀਂ ਨਾਲ ਖੜੇ ਰਹੇ ਉੱਥੇ। ਖੜਿਆਂ ਨੂੰ 10 ਮਿੰਟ ਲੰਘ ਗਏ, 15 ਲੰਘ ਗਏ, 20 ਲੰਘ ਗਏ, ਘੰਟਾ ਲੰਘ ਗਿਆ, ਸਵਾ ਘੰਟਾ ਲੰਘ ਗਿਆ। ਸਾਡੀ ਤਾਂ ਖੜੇ ਬੱਸ ਹੋ ਗਈ। ਨਾ ਹੋ ਕੋਈ ਬਚਨ ਕਰਨ ਤੇ ਨਾ ਹੋ ਕੋਈ ਬਚਨ ਕਰਨ, ਦੋਵੇਂ ਸਾਧੂ ਗੱਲ ਕੋਈ ਕਰਨ ਨਾ। ਖੜੇ ਬੱਸ ਹੋ ਗਈ। ਕਾਫੀ ਚਿਰ ਖੜਨ ਤੋਂ ਬਾਅਦ 1.5-2 ਘੰਟੇ ਕੇ ਬਾਅਦ ਤਕਰੀਬਨ ਸਾਡੀ ਬੱਸ ਹੋ ਗਈ। ਅਸੀਂ ਖੜੇ ਵੀ ਸੌਂ ਲਿਆ, ਮੁੜ ਕੇ ਬਹਿ ਗਏ, ਬੈਠੇ ਵੀ ਸੌਂ ਲਿਆ। ਨਾਤੀ ਸੰਤ ਬਾਬਾ ਅਜੀਤ ਸਿੰਘ ਜੀ 3 ਘੰਟੇ ਕਰੀਬ
ਅੰਦਰ ਰਹਿ, ਨਾ ਉਹਨਾਂ ਕੋਈ ਬਚਨ ਕੀਤਾ, ਨਾ ਉਹਨਾਂ ਕੋਈ ਬਚਨ ਕੀਤਾ। ਤੇ ਉਸ ਸਮੇਂ ਬਾਬਾ ਸੰਤੋਖ ਸਿੰਘ ਜੀ ਕਹਿੰਦੇ ਅਤਰ ਸਿੰਘ ਹੁਣ ਐ ਕਰ, ਬਾਬਾ ਜੀ ਤੋਂ ਆਗਿਆ ਲੈ ਲਈ ਹੈ, ਜਿਹੜੀਆਂ ਗੱਲਾਂ ਕਰਨੀਆਂ ਸੀ ਉਹ ਸਾਰੀਆਂ ਹੀ ਹੋ ਗਈਆਂ। ਮੈਂ ਬੜਾ ਹੈਰਾਨ ਪਰੇਸ਼ਾਨ ਹੋਇਆ। 3 ਘੰਟੇ ਸਾਡੀ ਬੱਸ ਕਰਾਤੀ ਸੇਵਾਦਾਰਾਂ ਦੀ, ਸਾਈਂ ਖੜ ਖੜ ਕੇ ਬੈਠ ਬੈਠ ਕੇ ਸੌਂ ਲਿਆ। ਗੱਲ ਉਧਰੋਂ ਵੀ ਕੋਈ ਨਹੀਂ ਕੀਤੀ, ਗੱਲ ਇਧਰੋਂ ਵੀ ਕੋਈ ਨਹੀਂ ਕੀਤੀ। ਇਹਨਾਂ ਕਿਹੜੀਆਂ ਗੱਲਾਂ 3 ਘੰਟੇ ਕਰ ਲਈਆਂ? ਕਹਿੰਦਾ ਜਿਹੜੀਆਂ ਕਿ ਸਾਰੀਆਂ ਗੱਲਾਂ ਹੋ ਗਈਆਂ ਨੇ, ਹੁਣ ਆਪਾਂ ਆਗਿਆ ਲੈ ਲਈਏ। ਮੈਂ ਉੱਠ ਕੇ ਕਿਹਾ ਮਹਾਰਾਜ, ਬਾਬਾ ਜੀ ਕਹਿੰਦੇ ਵੇ ਜਿਹੜੀਆਂ ਗੱਲਾਂ ਕਰਨੀਆਂ ਉਹ ਹੋ ਗਈਆਂ ਨੇ ਸਾਰੀਆਂ, ਹੁਣ ਆਗਿਆ ਦੇ ਦਿਓ। ਹੱਸ ਕੇ ਕਹਿੰਦੇ ਅੱਛਾ ਚਲੋ ਫਿਰ ਪ੍ਰਸਾਦ ਦਿਓ। ਉਸੇ ਵੇਲੇ ਪ੍ਰਸਾਦ ਆ ਦੇ ਕਰਕੇ ਤੋਰ ਦਿੱਤਾ। 3 ਘੰਟੇ ਲਗਾਤਾਰ ਬੈਠੇ ਰਹੇ, ਪਰ ਕੋਈ ਵੀ ਬਚਨ ਦੋਵੇਂ ਮਹਾਂਪੁਰਖਾਂ ਨਹੀਂ ਜੇ ਕੀਤਾ। ਤੇ ਇਸ ਤਰ੍ਹਾਂ ਕਰਕੇ 3 ਘੰਟਿਆਂ ਬਾਅਦ ਅਸੀਂ ਚਲੇ ਗਏ। ਮੇਰੇ ਮਨ 'ਚ ਬੜਾ, ਮੈਂ ਨੇੜੇ ਨੇੜੇ ਜੇ ਹੋ ਕੇ ਮੈਂ ਅੱਜ ਕੋਈ ਨਾ ਕੋਈ ਬਚਨ ਹੋਣਗੇ, ਕੋਈ ਬਚਨ ਕੀਤਾ ਹੀ ਨਹੀਂ। ਮੇਰੇ ਮਨ 'ਚ ਆਇਆ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ ਵਾਪ ਸੱਚੇ ਪਾਤਸ਼ਾਹ। ਇਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨਾ ਹੂਬ ਹੂਬ ਸੱਚ ਢੁਕਦੀਆਂ ਨੇ। ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨੀ ਜਾਣਨ। 3 ਘੰਟਿਆਂ 'ਚ ਕੀ ਅਰਸਾਂ ਤੇ ਫਰਸਾਂ ਦੀਆਂ ਇਹਨਾਂ ਗੱਲਾਂ ਕੀਤੀਆਂ, ਸਾਨੂੰ ਕੁਝ ਨਹੀਂ ਜੇ ਪਤਾ ਲੱਗਿਆ। ਨਾਲ ਦਿਆਂ ਨੂੰ ਮੁੜ ਕੇ ਗੱਲਾਂ ਹੋ ਗਈਆਂ ਤੇ ਅਸੀਂ ਚਲੇ ਗਏ। ਆ ਬਚਨ ਕੀਤਾ ਸੀ ਬਈ ਜਦੋਂ ਵੀ ਆਰਾਮ ਕਰਨਾ, ਵਿਸਰਾਮ ਕਰਨੇ ਤੇ ਕੁੰਡਾ ਲਾਣਾ ਹੈ। ਤੇ ਕੁੰਡਾ ਅੱਜ ਤੱਕ ਵੀ ਲੱਗਦਾ ਜੀ ਇਹ ਬਚਨ ਹੈ। ਇੱਕ ਬਚਨ ਹੋਰ ਕਿਹਾ ਸੀਗਾ, ਕਹਿਣ ਲੱਗੇ ਮਹਾਂਪੁਰਖੋ ਜ਼ਿੰਦਗੀ ਦੇ ਵਿੱਚ ਜਦੋਂ ਵੀ ਆਰਾਮ ਕਰਨਾ ਆਪਣੇ ਆਸਨ ਦੇ ਥੱਲੇ ਬੈਠਣਾ, ਕੋਈ ਕਰਾਮਾਤ ਨਹੀਂ ਜੇ ਦਿਖਾਉਣੀ। ਤੇ ਸੂਰਬੀਰ ਬਚਨ ਕੇ ਬਲੀ ऐसे ब्रह्मनिष्ठी ब्रह्म श्रोत्री ब्रह्म ज्ञानी संत महाराज संत बाबा अजीत सिंह जी हंसाली वालियां दा आगमन दिहाड़ा, उन्हां दा जन्म दिहाड़ा बड़े श्रद्धा पूर्वक इस निर्मल आश्रम दे उत्ते महापुरखां दी तपो भूमि हंसाली साहब दे उपर अज लखां दी तादाद विच पिछले 10 दिनां विच संगतां ने हाजरियां भरियां। महापुरखां दा बचन कमा सकीए, जे को बचन कमावे संतन का सो गुर प्रसादी तरिया। जे कोई बचन गुरमुखां दा कमावे ओदे उत्ते गुरु दी कृपा हुंदी है। पर ये बचन प्यारे कमाने बड़े औखे ने। सतगुरु कृपा करते ने, कहंदे आया सफलता हु को गणिया, जास रसन हर हर जप भणिया। आए बसे साधु के संगे, अंदिन नाम ध्यावै रंगै। इन्नियां बेनतियां प्रवान करनियां। मैं इशारा करदियां होया अखीर विच एक गल जरूर कहांगा, जिनके दिन मनाते हो उनका इर्स दात भी समझो, जिनके दिन मनाते हो उनकी बात भी समझो। कोटान कोट धन्नवाद साहब श्री गुरु ग्रंथ साहब जी दा, आप रब वर्गियां संगतां दा, इस स्थान दे मुखी महापुरुष संत बाबा परमजीत सिंह जी जो अपने बच्चों वांग पुत्रां वांग दास नूं प्यार करते आ। सारे समागमां दे विच तकरीबन हाजरी भराउंदे ने। जिथे महापुरखां दा धन्नवाद स्टेज सकत्तर साहबान ने ते होर सारे जिम्मेवार ते इत्थों दे समूह सेवादार सबना दा धन्नवाद है जी। सतगुरु जी कृपा करन, ये साडे महापुरखां दे पाए होए पूर्णियां ते सानू चलण दा बल बख्शिश करन, बचन कमा सकीए। क्योंकि सारी उम्र गुरु ग्रंथ दे नाल, गुरु पंथ दे नाल, बाणी नाल महापुरखां ने जोड़िया। ते बदौलत महापुरखां दी कृपा, उन्हां दी आशीषां दे नाल ही ये बख्शिशां हो रही ने। लखां ही जियां दा भला हो रहा, लखां ही जियां दी कल्याण हो रही है। ते अनेकां महापुरख संत बैठे ने। प्रबंधकां दी मजबूरी हुंदी है। हुण ये दिता होया समा मैनूं इन्ना के बेनती कीती सी, सो सतगुरु कृपा करन जी सारे प्यार दा सबूत दिओ। जे महापुरखां नाल दिलों प्यार करदे हो ते सारे लवायो महापुरखां दे चरनां दे विच हाजरी। एक बारी पंडाल गूंज जावे, आप फतेह बुलाओ, आखो वाहिगुरु जी का खालसा, वाहिगुरु जी की फतेह। ਇਹ ਸਨ ਗਿਆਨੀ ਅਤਰ ਸਿੰਘ ਜੀ, ਜਿਹੜੇ ਕਿ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ
ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਤੇ ਉੱਥੇ ਹਜ਼ੂਰੀ ਕਥਾਵਾਚਕ ਵੀ ਨੇ। ਔਰ ਸੰਤ ਸੰਤੋਖ ਸਿੰਘ ਜੀ ਸੂਰਾਪੁਰ ਬਿਲਕੁਲ ਨਾਲ ਸੂਰਾਪੁਰੀਆਂ ਦਾ ਡੇਰਾ ਹੈ। ਉਹਨਾਂ ਮਹਾਂਪੁਰਸ਼ਾਂ ਕੋਲ ਬਚਪਨ ਤੋਂ ਬਹੁਤ ਛੋਟੀ ਉਮਰ ਤੋਂ ਉਹਨਾਂ ਦੀ ਸੰਗਤ ਵਿੱਚ ਰਹੇ ਨੇ ਤੇ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜੋਤੀ ਸਰੂਪ ਵਿਖੇ ਸੇਵਾ ਨਿਭਾ ਰਹੇ ਨੇ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਵੀ ਸਮਾਂ ਸਾਡੇ ਕੋਲ ਬਹੁਤ ਸੀਮਤ ਹੈ। ਲਓ, ਮੈਨੂੰ ਜਿਹੜੀਆਂ ਜ਼ਰੂਰੀ ਅਨਾਉਂਸਮੈਂਟ ਆ ਉਹਨਾਂ ਨੂੰ ਵੀ ਕਰਨ ਦਾ ਸਮਾਂ ਨਹੀਂ ਹੈ ਤੇ ਮੈਂ ਘੱਟ ਤੋਂ ਘੱਟ ਸਮਾਂ ਲਾ ਕੇ ਜਿਹੜਾ ਤੁਹਾਡੇ ਸਾਹਮਣੇ ਜਿੰਨੇ ਵੀ ਸਾਡੇ ਕੋਲ ਮਹਾਂਪੁਰਸ਼ ਆਏ ਹੋਏ ਨੇ, ਲਓ ਆਓ ਭਾਈ ਅਵਤਾਰ ਸਿੰਘ ਜੀ ਰਾਮਪੁਰ ਵਾਲੇ ਤੇ ਬਾਬਾ ਹਰਨੇਕ ਸਿੰਘ ਜੀ ਰਾਮਪੁਰ ਵਾਲੇ, ਇਹ ਸਮੁੱਚੀ ਸੰਗਤ ਜਿਹੜੀ ਆ